ਹੈਲੋ ਐਵਰੀਵਨ, ਵੈਲਕਮ ਟੂ ਸਿਟੀ ਸ਼ਾਈਨ ਕਲਾਸਿਸ। ਸਿਟੀ ਸ਼ਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਜੀ। ਤਾਂ ਜੋ ਇੰਗਲਿਸ਼ ਦਾ ਐਗਜ਼ਾਮ ਹੈ ਤੁਹਾਡਾ, ਉਹਦੇ ਲਈ ਆਪਾਂ ਦੋ ਵੀਡੀਓਜ਼ ਪਹਿਲਾਂ ਹੀ ਅਪਲੋਡ ਕਰ ਚੁੱਕੇ ਹਾਂ ਇੰਪੋਰਟੈਂਟ ਕੁਐਸਚਨਸ ਦੀਆਂ। ਤਾਂ ਅੱਜ ਜੋ ਹੈ ਇੱਕ ਹੋਰ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ। ਤਾਂ ਇਸ ਵੀਡੀਓ ਦੀ ਜੋ PDF ਹੈ ਉਹ ਤੁਹਾਨੂੰ WhatsApp ਐਂਡ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗੀ। ਤਾਂ WhatsApp ਐਂਡ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓਜ਼ ਨੂੰ ਸ਼ੇਅਰ ਕਰੋ। ਤਾਂ ਜੋ ਅੱਜ ਆਪਾਂ ਕਰਾਂਗੇ ਉਹ ਪਹਿਲਾਂ ਤਾਂ ਇਹ ਕਰਾਂਗੇ ਕਿ ਇੰਪੋਰਟੈਂਟ ਐਡਵਰਟਾਈਜ਼ਮੈਂਟ ਈਮੇਲਸ ਐਂਡ ਪੈਰਾਗ੍ਰਾਫਸ ਕਿਹੜੇ ਨੇ, ਤਾਂ ਜੋ ਤੁਸੀਂ ਉਹਨਾਂ ਨੂੰ ਤਿਆਰ ਕਰ ਸਕੋ ਕਿ ਕਿਸ ਕਿਸ ਤਰ੍ਹਾਂ ਦੇ ਪੈਰਾਗ੍ਰਾਫਸ ਨੇ ਜੋ ਉਹ ਪੇਪਰ ਦੇ ਵਿੱਚ ਆ ਸਕਦੇ ਨੇ ਜੀ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਕਿ ਫਸਟ ਆਫ ਆਲ ਹੈ ਕਿ ਇੰਪੋਰਟੈਂਟ ਈਮੇਲਸ ਕਿਵੇਂ ਦੀਆਂ ਨੇ। ਉਹ ਨੇ ਇੰਟਰਵਿਊ ਰਿਲੇਟਿਡ ਹੈ, ਜੋ ਕਿ ਜਿੱਦਾਂ ਆਪਾਂ ਨੂੰ ਇੰਟਰਵਿਊ ਜਾਣ ਲਈ ਬੁਲਾਇਆ ਗਿਆ ਹੈ। ਠੀਕ ਹੈ ਜੀ, ਉਹ ਈਮੇਲ ਹੈ। ਟੂਰ 'ਤੇ ਜਾਣ ਲਈ ਈਮੇਲਸ ਨੇ। ਪ੍ਰਿੰਸੀਪਲ ਨੂੰ ਈਮੇਲ ਕਰਨੀ ਹੈ ਐਂਡ ਉਸ ਤੋਂ ਬਾਅਦ ਹੈ ਇਨਵਾਈਟ ਕਰਨ ਲਈ ਕਿ ਆਪਣੇ ਘਰ ਬਰਥਡੇ ਪਾਰਟੀ ਹੈ ਅਤੇ ਤੁਸੀਂ ਆਪਣੇ ਦੋਸਤ ਨੂੰ ਇਨਵਾਈਟ ਕਰਨਾ ਹੈ। ਠੀਕ ਹੈ, ਇਸ ਤਰ੍ਹਾਂ ਦੀਆਂ ਈਮੇਲਸ ਆਉਣਗੀਆਂ। ਅੱਗੇ ਆਪਾਂ ਇਹ ਕਰਾਂਗੇ ਕਿ ਈਮੇਲ ਕਿਸ ਤਰ੍ਹਾਂ ਲਿਖਣੀ ਹੁੰਦੀ ਹੈ, ਐਡਵਰਟਾਈਜ਼ਮੈਂਟ ਕਿਸ ਤਰ੍ਹਾਂ ਲਿਖਣੀ ਹੈ, ਪੈਰਾਗ੍ਰਾਫ ਕਿਸ ਤਰ੍ਹਾਂ ਲਿਖਣਾ ਹੈ। ਠੀਕ ਹੈ ਜੀ, ਨੈਕਸਟ ਹੈ ਕਿ ਇੰਪੋਰਟੈਂਟ ਐਡਵਰਟਾਈਜ਼ਮੈਂਟਸ ਕਿਹੜੀਆਂ ਨੇ। ਤਾਂ ਫਸਟ ਹੈ ਕਿ ਕਾਰ ਸੇਲ ਲਈ, ਕਿ ਆਪਣੀ ਕੋਲ ਇੱਕ ਕਾਰ ਹੈ ਅਤੇ ਤੁਸੀਂ ਉਹ ਸੇਲ ਕਰਨੀ ਹੈ, ਉਹਦਾ ਕਲਰ ਦੱਸਾਂਗੇ। ਠੀਕ ਹੈ ਜੀ, ਆਪਾਂ ਨੂੰ ਕਿੰਨੇ ਪ੍ਰਾਈਸ 'ਚ ਉਹ ਸੇਲ ਕਰਨੀ ਹੈ, ਐਡਵਰਟਾਈਜ਼ਮੈਂਟ ਦੇਣੀ ਹੈ ਤੁਸੀਂ ਸਿਰਫ। ਅਤੇ ਐਡਵਰਟਾਈਜ਼ਮੈਂਟ ਦੀ ਵਰਡਿੰਗ ਸਿਰਫ 2 ਲਾਈਨਸ ਦੀ ਹੁੰਦੀ ਹੈ, ਜ਼ਿਆਦਾ ਨਹੀਂ ਹੁੰਦੀ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਟੂਰ ਲਈ ਜਾਣਾ ਹੈ, ਐਜੂਕੇਸ਼ਨਲ ਟੂਰ ਹੈ, ਹਿਸਟੋਰੀਕਲ ਹੈ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਹੈ ਲੋਸਟ ਐਂਡ ਫਾਊਂਡ, ਕਿ ਜਿੱਦਾਂ ਆਪਣੀ ਕੋਈ ਚੀਜ਼ ਲੋਸਟ ਹੋ ਗਈ ਹੈ ਜਾਂ ਆਪਾਂ ਨੂੰ ਕੁਝ ਮਿਲ ਗਿਆ ਅਤੇ ਜਿੱਦਾਂ ਲੋਸਟ ਹੋ ਗਈ ਹੈ ਕੋਈ ਚੀਜ਼, ਮੰਨ ਲਓ ਕਿ ਆਪਣੀ ਰਿਸਟ ਵਾਚ ਲੋਸ ਹੋ ਗਈ ਹੈ, ਤਾਂ ਆਪਾਂ ਫਸਟ ਲਿਖਾਂਗੇ ਕਿ ਲੋਸਟ ਆਈ ਹੈਵ ਲੋਸਟ ਮਾਈ ਰਿਸਟ ਵਾਚ। ਠੀਕ ਹੈ ਜੀ, ਦਿਸ ਕਲਰ ਇਜ਼ ਬਲੈਕ ਐਂਡ ਉਹ ਸਭ ਕੁਛ ਆਪਾਂ ਲਿਖਾਂਗੇ ਕਿ ਆਪਾਂ ਨੂੰ ਰਿਸਟ ਵਾਚ ਮਿਲ ਜੇ। ਤਾਂ ਮੰਨ ਲਓ ਤੁਹਾਨੂੰ ਕੁਝ ਫਾਊਂਡ ਹੁੰਦਾ ਹੈ, ਤੁਹਾਨੂੰ ਕੁਝ ਮਿਲ ਜਾਂਦਾ ਹੈ, ਤਾਂ ਤੁਸੀਂ ਲਿਖੋਗੇ ਫਾਊਂਡ ਆਈ ਹੈਵ ਫਾਊਂਡ ਆ ਰਿਸਟ ਵਾਚ। ਠੀਕ ਹੈ ਜੀ, ਇਸ ਤਰ੍ਹਾਂ ਜਿੱਦਾਂ ਕਿ ਆਪਾਂ ਕਿਸੇ ਸ਼ੋਪ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਕਿ ਕੋਈ ਸ਼ੋਪ ਨਿਊ ਖੋਲ੍ਹਣੀ ਹੈ, ਮੰਨ ਲਓ ਬਿਊਟੀ ਪਾਰਲਰ ਖੋਲ੍ਹਣਾ ਹੈ। ਠੀਕ ਹੈ ਜੀ, ਇਸ ਤਰ੍ਹਾਂ ਹੀ ਕੋਈ ਚੱਪਲ ਹੈ, ਮੰਨ ਲਓ ਚੱਪਲ ਦੀ ਕੋਈ ਆਪਾਂ ਐਡਵਰਟਾਈਜ਼ਮੈਂਟ ਦੇਣੀ ਹੈ ਤਾਂ ਉਹ ਉਸ ਤਰ੍ਹਾਂ ਕਰਾਂਗੇ। ਠੀਕ ਹੈ ਜੀ, ਕੋਈ ਪੋਸਟ ਕਰਨੀ ਹੈ, ਕੋਈ ਜੋਬ ਵਾਲੀ ਹੈ। ਠੀਕ ਹੈ ਜੀ, ਪੋਸਟ ਆਈ ਹੈ ਕੋਈ। ਠੀਕ ਹੈ ਜੀ, ਉਹਦੀ ਵੀ ਇਸ ਤਰ੍ਹਾਂ ਹੀ ਹੋਏਗੀ। ਉਸ ਤੋਂ ਬਾਅਦ ਇੰਪੋਰਟੈਂਟ ਪੈਰਾਗ੍ਰਾਫਸ ਕਿਹੜੇ ਨੇ, ਕੋ ਐਜੂਕੇਸ਼ਨ ਹੈ, ਪੋਲਿਊਸ਼ਨ ਹੈ, ਮਾਈ ਕੰਟਰੀ ਪੈਰਾਗ੍ਰਾਫ ਹੈ ਜੋ ਉਹ ਲਾਸਟ ਈਅਰ 18ਵੀਂ ਐਗਜ਼ਾਮ ਸੈਕਿੰਡ ਈਅਰ ਵਿੱਚ ਆਇਆ ਸੀ। ਫਾਰਮਲ ਐਂਡ ਇਨਫੋਰਮਲ ਐਜੂਕੇਸ਼ਨ ਹੈ, ਹਿਸਟੋਰੀਕਲ ਟੂਰ ਦਾ ਪੈਰਾਗ੍ਰਾਫ ਹੈ ਜੀ। ਪੈਰਾਗ੍ਰਾਫਸ ਤਾਂ ਆਸਾਨ ਹੁੰਦੇ ਨੇ, ਬਸ ਤੁਸੀਂ ਆਪਣੀ ਵਰਡਿੰਗਸ ਅਤੇ ਆਪਣੀ ਇੰਗਲਿਸ਼ ਨੂੰ ਥੋੜ੍ਹਾ ਰੱਖਣਾ ਹੈ। ਉਸ ਤੋਂ ਬਾਅਦ ਹੈ ਈਮੇਲ ਕਿਸ ਤਰ੍ਹਾਂ ਬਣਦੀ ਹੈ, ਕਿਸ ਤਰ੍ਹਾਂ ਹੁੰਦੀ ਹੈ। ਟੂ ਪਹਿਲਾਂ ਤਾਂ ਆਪਾਂ ਭੇਜਣ ਵਾਲੇ ਦਾ ਈਮੇਲ ID ਲਿਖਣੀ ਹੈ। ਠੀਕ ਹੈ ਜੀ, ਦੈਨ ਫਰੋਮ, ਕਿ ਜਿਹਦੇ ਵੱਲੋਂ ਜਾ ਰਹੀ ਹੈ, ਮੰਨ ਲਓ ਮੈਂ ਕਰਨੀ ਹੈ ਕਿਸੇ ਨੂੰ, ਤਾਂ ਮੈਂ ਟੂ ਪਹਿਲਾਂ ਲਿਖਾਂਗੀ, ਫਿਰ ਫਰੋਮ ਮੇਰੇ ਵੱਲੋਂ ਲਿਖਾਂਗੀ। ਠੀਕ ਹੈ ਜੀ, ਉਸ ਤੋਂ ਬਾਅਦ ਸਬਜੈਕਟ ਹੈ ਕਿ ਕਿਸ ਲਈ ਲਿਖਣੀ ਹੈ। ਠੀਕ ਹੈ, ਮੀਟ ਮੀ ਸੂਨ, ਕਿ ਮੈਂ ਤੁਹਾਨੂੰ ਜਲਦੀ ਮਿਲਣਾ ਹੈ ਜਾਂ ਤੁਸੀਂ ਮੈਨੂੰ ਜਲਦੀ ਮਿਲੋ। ਮੀਟ ਯੂ ਸੂਨ, ਮੈਂ ਤੁਹਾਨੂੰ ਜਲਦੀ ਮਿਲਾਂਗੀ। ਉਸ ਤੋਂ ਬਾਅਦ ਹੈ ਉਹਦਾ ਨਾਮ ਲਿਖਣਾ ਹੈ ਜਿਹਨੂੰ ਆਪਾਂ ਭੇਜਣੀ ਹੈ। ਪਹਿਲਾਂ ਆਪਾਂ ਉਹਦਾ ਹਾਲ ਚਾਲ ਪੁੱਛਾਂਗੇ, ਹਾਊ ਆਰ ਯੂ, ਆਈ ਐਮ ਲਿਵਿੰਗ ਜੰਮੂ ਫਰੋਮ ਪੂਨੇ ਐਕਸਪ੍ਰੈਸ, ਆਈ ਵਾਂਟ ਟੂ ਗਿਵ ਯੂ ਸਮ ਕਲੋਥਸ ਇਫ ਯੂ ਪੋਸੀਬਲ, ਯੂ ਮੀਟ ਮੀ ਐਟ ਅੰਮ੍ਰਿਤਸਰ ਸਟੇਸ਼ਨ ਵੇਟਿੰਗ ਫॉर ਯੂ। ਅਤੇ ਨੀਚੇ ਆਪਣਾ ਨਾਮ, ਕਿ ਮੈਂ ਪੂਨੇ ਜੋ ਹੈ ਜੰਮੂ ਤੋਂ ਪੂਨੇ ਜਾ ਰਹੀ ਹਾਂ ਪੂਨੇ ਐਕਸਪ੍ਰੈਸ ਵਿੱਚ, ਤਾਂ ਮੈਨੂੰ ਨਾ ਥੋੜ੍ਹੇ ਕੱਪੜੇ ਜੋ ਦੇ ਸਕਦੇ ਹੋ ਤਾਂ ਉਹ ਤੁਸੀਂ ਕਿੱਥੇ ਦੇ ਜੋ, ਅੰਮ੍ਰਿਤਸਰ ਸਟੇਸ਼ਨ 'ਤੇ, ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਨੀਚੇ 3 ਆਪਸ਼ਨਸ ਹੁੰਦੀਆਂ ਨੇ, ਸੇਵ ਕਰਨੀ ਹੈ ਤਾਂ ਆਪਾਂ ਸੇਵ ਰੱਖ ਲਾਂਗੇ, ਸੈਂਡ ਕਰਨੀ ਹੈ ਅੱਗੇ ਤਾਂ ਆਪਾਂ ਉਹ ਅੱਗੇ ਫੋਰਵਰਡ ਕਰ ਦਾਂਗੇ, ਸੇਵ ਐਜ਼ ਡਰਾਫਟ ਕਰਨੀ ਹੈ ਤਾਂ ਉਹ ਡਰਾਫਟ ਦੇ ਵਿੱਚ ਆਪਣੇ ਕੋਲ ਸੇਵ ਹੋ ਜਾਣਗੀਆਂ ਜੀ। ਨੈਕਸਟ ਹੈ ਕਿ ਐਡਵਰਟਾਈਜ਼ਮੈਂਟ ਕਿਸ ਤਰ੍ਹਾਂ ਹੁੰਦੀ ਹੈ। ਮੰਨ ਲਓ ਕਿ ਆਪਾਂ ਨੂੰ ਲਾਈਬ੍ਰੇਰੀਅਨ ਚਾਹੀਦੀ ਹੈ ਕੋਈ। ਠੀਕ ਹੈ ਜੀ, ਨੀਚੇ ਹੈ ਵਾਂਟਿਡ ਹੈ ਕੁਆਲੀਫਾਈਡ ਲਾइब्रेरियन, वांटेड एन एक्सपीरियंस्ड लाइब्रेरियन एट लीस्ट BA इन द पे स्केल। ठीक है जी, टू मतलब उन्होंने नीचे की किया है कि
ਵਾਂਟਿਡ ਏ ਕੁਆਲੀਫਾਈਡ ਲਾइब्रेरियन ਪਹਿਲਾਂ ਤਾਂ ਇਹ ਦੱਸਦਾ ਹੈ ਕਿ ਸਾਨੂੰ ਇੱਕ ਕੁਆਲੀਫਾਈਡ ਲਾइब्रेरियन ਦੀ ਜ਼ਰੂਰਤ ਹੈ। ਠੀਕ ਹੈ ਜੀ। ਵਾਂਟਿਡ ਐਨ ਐਕਸਪੀਰੀਅੰਸਡ ਲਾइब्रेरियन ਕਿ ਉਹਨੂੰ ਐਕਸਪੀਰੀਅੰਸ ਹੋਏ, ਪਹਿਲਾਂ ਥੋੜ੍ਹਾ ਬਹੁਤ ਐਕਸਪੀਰੀਅੰਸ ਰੱਖਦੀ ਹੋਏ ਤਾਂ ਹੀ ਉਹ ਅੱਗੇ ਲਾइब्रेरी ਚਲਾ ਸਕੇਗੀ। ਐਟਲੀਸਟ BA ਕਿ ਉਹਨੇ BA ਕੀਤੀ ਹੋਏ। ਇਨ ਦਾ ਪੇ ਸਕੇਲ ਉਹਨਾਂ ਨੇ ਦਿੱਤਾ ਹੈ 43,100 ਤੋਂ ਲੈ ਕੇ ਅਤੇ 56,000 ਤੱਕ। ਠੀਕ ਹੈ ਜੀ। ਕਿ ਉਹਨਾਂ ਨੇ 4300 ਤੋਂ ਲੈ ਕੇ 5600 ਤੱਕ ਉਹਨਾਂ ਨੇ ਪੇ ਸਕੇਲ ਦਿੱਤਾ ਹੈ। ਅਪਲਾਈ ਬਾਏ 20th ਜਨ। ਠੀਕ ਹੈ ਜੀ। ਕਦੋਂ ਤੱਕ ਅਪਲਾਈ ਕਰ ਸਕਦੇ ਨੇ? 20 ਜਨਵਰੀ ਤੱਕ। ਪ੍ਰਿੰਸੀਪਲ ਠੀਕ ਹੈ ਜੀ। ਨੀਚੇ ਐਡਰੈਸ ਦਿੱਤਾ ਹੈ। ਠੀਕ ਹੈ ਜੀ। GM ਪਬਲਿਕ ਸਕੂਲ ਫਿਰੋਜ਼ਪੁਰ। ਐਂਡ ਇਸ ਪਾਸੇ ਲੈਫਟ ਸਾਈਡ 'ਤੇ ਤੁਸੀਂ ਇੱਕ ਪਿਕਚਰ ਡਰੋ ਕਰੋਗੇ ਤਾਂ ਉਹ ਐਕਸਪ੍ਰੈਸ਼ਨ ਜੋ ਪਾਏਗੀ ਉਹ ਬਹੁਤ ਵਧੀਆ ਪਾਏਗੀ। ਠੀਕ ਹੈ ਜੀ। ਐਗਜ਼ਾਮੀਨਰ 'ਤੇ ਨੈਕਸਟ ਹੈ ਸ਼ੋਰਟ ਨੋਟਸ ਆ ਜਾਂਦੇ ਨੇ ਜੀ, ਜਿੱਦਾਂ ਕਿ ਡਿਕਟੇਸ਼ਨ ਕੀ ਹੁੰਦੀ ਹੈ। ਇਨ ਡਿਕਟੇਸ਼ਨ ਦਾ ਟੀਚਰ ਸਪੀਕਸ, ਦਾ ਸਟੂਡੈਂਟਸ ਲਿਸਨ ਟੂ ਹਿਮ ਐਂਡ ਰਾਈਟ ਇਟ ਡਾਊਨ ਇਨ ਦੇਅਰ ਨੋਟਬੁੱਕ। ਡਿਕਟੇਸ਼ਨ 'ਚ ਕੀ ਹੁੰਦਾ ਹੈ ਕਿ ਟੀਚਰ ਸਪੀਕ ਕਰਦਾ ਹੈ, ਟੀਚਰ ਬੋਲਦਾ ਹੈ, ਸਟੂਡੈਂਟ ਲਿਸਨ ਕਰਦੇ ਨੇ ਅਤੇ ਰਾਈਟ ਡਾਊਨ ਕਰਦੇ ਨੇ ਆਪਣੀਆਂ ਨੋਟਬੁੱਕਸ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਅਸਾਈਨਮੈਂਟਸ ਕੀ ਹੁੰਦੀਆਂ ਨੇ। ਅਸਾਈਨਮੈਂਟ ਇਜ਼ ਅ ਟੈਕਨੀਕ ਔਰ activity in which teacher assigns or gives work in form of a problem to solution work, write views of a topic, reading test etc। ਕਿ ਇੱਕ ਜੋ ਅਸਾਈਨਮੈਂਟਸ ਨੇ ਉਹ ਇਸ ਲਈ ਹੁੰਦੀਆਂ ਨੇ ਕਿ ਬੱਚੇ ਆਪਣੇ ਵਿਊਜ਼ ਦੇ ਸਕਣ, ਉਹਨਾਂ ਦੀ ਕੀ ਮਾਈਂਡ ਦੇ ਵਿੱਚ ਚੱਲ ਰਿਹਾ ਹੈ ਉਹ ਸਭ ਕੁਝ ਦੇ ਸਕਣ। ਟੀਚਰ ਇਸ ਲਈ ਅਸਾਈਨਮੈਂਟਸ ਬਣਵਾਉਂਦਾ ਹੈ ਉਹਨਾਂ ਦੇ ਮਾਈਂਡ ਨੂੰ ਰੀਡ ਕਰਨ ਦੇ ਲਈ। The assignment applies to the part of instructional activity ਕਿ ਜੋ ਅਸਾਈਨਮੈਂਟਸ ਨੇ ਇੰਸਟਰਕਸ਼ਨਲ ਐਕਟੀਵਿਟੀ ਮਤਲਬ ਕਿ ਰਚਨਾਤਮਕ ਜੋ ਐਕਟੀਵਿਟੀ ਹੈ ਜਿਹਦੇ ਨਾਲ ਬੱਚੇ ਆਪਣੇ ਮਾਈਂਡ ਨੂੰ ਹੋਰ ਵੀ ਸਿਰਜਣਾਤਮਕ ਬਣਾ ਸਕਦੇ ਨੇ। ਫੁੱਲ ਫਾਰਮਸ ਨੇ ਨੀਚੇ। CCE ਕੀ ਹੁੰਦੀ ਹੈ? ਕੰਟੀਨਿਊਸ ਕੰਪਰੀਹੈਂਸ਼ਨ ਇਵੈਲੂਏਸ਼ਨ। ਠੀਕ ਹੈ ਜੀ। CLT ਮਤਲਬ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। CPM ਕ੍ਰਿਟੀਕਲ ਪਾਥ ਮੈਥਡ। CPH ਆ ਜਾਏ ਤਾਂ ਕ੍ਰਿਟੀਕਲ ਪੀਰੀਓਡਿਕ। ਠੀਕ ਹੈ ਜੀ। ਹਾਈਪੋਥੈਂਸਿਸ। ਉਸ ਤੋਂ ਬਾਅਦ ਹੈ ESL ਇੰਗਲਿਸ਼ ਐਜ਼ ਸੈਕਿੰਡ ਲੈਂਗੁਏਜ। TLM ਟੀਚਿੰਗ ਲਰਨਿੰਗ ਮਟੀਰੀਅਲ ਵੀ ਹੋ ਸਕਦਾ ਹੈ ਅਤੇ ਮੈਥਡ ਵੀ ਹੋ ਸਕਦਾ ਹੈ। RP ਰਿਸੀਵਡ ਪ੍ਰੋਨਾਊਂਸੀਏਸ਼ਨ। ELL ਇੰਗਲਿਸ਼ ਲੈਂਗੁਏਜ ਲਰਨਰ। GIE ਜਨਰੇਟ irreversible error। CPH critical period of hypothesis। ਠੀਕ ਹੈ ਜੀ। ਨੈਕਸਟ ਹੈ ਸ਼ਾਰਟ ਹੈ ਪੋਰਟਫੋਲੀਓ ਕੀ ਹੁੰਦਾ ਹੈ। ਐਜ਼ ਸਟੂਡੈਂਟਸ ਮੂਵ ਟੂ ਸੀਨੀਅਰ ਹਾਈ ਸਕੂਲ ਦਾ ਕੰਟੈਂਟ ਦੇ ਇਨਕਰੀਜ਼ with study, print, oral, visual and multimedia contents become increasing complex. Students are expected to be able to make meaning of content not only at a literal level but at increasingly interior and metaphoric levels as well। ਕਿ ਪੋਰਟਫੋਲੀਓ ਇੱਦਾਂ ਬਣਾਉਣਾ ਚਾਹੀਦਾ ਹੈ ਕਿ ਬੱਚੇ ਉਹਦੇ ਵਿੱਚ ਆਪਣੀਆਂ ਆਡੀਓ ਵਿਜ਼ੂਅਲਸ ਸਾਰੀਆਂ ਹੀ ਮਲਟੀਮੀਡੀਆ ਲੈਂਗੁਏਜਿਸ ਨੂੰ ਯੂਜ਼ ਕਰਨ, ਕੰਟੈਂਟਸ ਪ੍ਰੋਵਾਈਡ ਕਰਵਾਉਣ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਕਿ ਰੇਟਿੰਗ ਸਕੇਲਸ ਕੀ ਹੁੰਦੇ ਨੇ। ਦਾ ਰੇਟਿੰਗ ਸਕੇਲਸ ਆਰ ਯੂਜ਼ਡ ਫੋਰ ਐਨਾਲਾਈਜ਼ਿੰਗ ਦਾ ਮੈਜ਼ਰਿੰਗ ਦਾ ਐਟੀਟਿਊਡ ਐਂਡ ਵੈਲਿਊਜ਼ ਟੂਵਰਡਸ ਦਾ ਨੇਸ਼ਨ, ਸੋਸਾਇਟੀ ਐਂਡ ਦਾ ਵਰਲਡ। ਕਿ ਰੇਟਿੰਗ ਸਕੇਲਸ ਉਹ ਹੁੰਦੇ ਨੇ ਜਿਹਦਾ ਯੂਜ਼ ਕਾਹਦੇ ਲਈ ਕੀਤਾ ਜਾਂਦਾ? ਐਨਾਲਾਈਜ਼ ਕਰਨ ਦੇ ਲਈ, ਉਹਨੂੰ ਮਾਪਣ ਦੇ ਲਈ। ਐਟੀਟਿਊਡ ਐਂਡ ਵੈਲਿਊਜ਼ ਨੂੰ, ਕਿਹਦੀਆਂ ਵੈਲਿਊਜ਼? ਨੇਸ਼ਨ ਦੀਆਂ, ਸੁਸਾਇਟੀ ਦੀਆਂ ਅਤੇ ਵਰਲਡ ਦੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਨੀਚੇ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਹੈ ਔਰਲ ਟੈਕਨੀਕ ਕੀ ਨੇ। ਔਰਲ ਟੈਸਟ ਆਰ ਯੂਜ਼ਫੁਲ ਡਿਊਰਿੰਗ ਦਾ early period of teaching English. These tests can be usefully involved for testing listening and comprehensive speaking ability, reading and comprehensive। ਕੀ ਕਹਿੰਦੇ ਨੇ ਕਿ ਇਹ ਟੈਸਟ ਨੇ ਜੋ ਸ਼ੋਰਟ ਟਾਈਮਸ ਦੇ ਲਈ ਜਦੋਂ ਆਪਾਂ ਥੋੜ੍ਹੇ ਜਿਹੇ ਬੱਚੇ ਨੂੰ ਰੀਡ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਆਪਾਂ ਕੁਝ ਸੁਣਨਾ ਹੈ ਤਾਂ ਔਰਲ ਟੈਸਟ ਲੈ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਰਿਪੋਰਟਿੰਗ ਐਂਡ ਕਮਿਊਨੀਕੇਟਿਵ ਫੀਡਬੈਕ। ਵਾਈਲ ਦਾ ਅਬਵ
relate especially to giving feedback. It is important to stress the need to show request for and act with integrity toward other students. It needs to be stressed to students that differences of opinion will occur within their groups. However, it is important to keep these differences in perspectives and not to allow them to decrease into personal attacks. ਕਿ ਜੋ ਰਿਪੋਰਟਿੰਗ ਅਤੇ ਕਮਿਊਨੀਕੇਟਿਵ ਫੀਡਬੈਕ ਹੈ ਉਹ ਕੀ ਹੈ ਕਿ ਪਹਿਲਾਂ ਬੱਚੇ ਸਭ ਕੁਝ ਸੁਣ ਲੈਣਗੇ, ਉਸ ਤੋਂ ਬਾਅਦ ਕੀ ਕਰਨਗੇ ਕਿ ਉਹਨਾਂ ਨੂੰ ਕੀ ਜੋ ਹੈ ਬੱਚੇ ਨੂੰ ਚੰਗਾ ਲੱਗਿਆ ਹੈ ਟੀਚਰ ਦਾ ਤਾਂ ਉਹ ਉਸ ਨੂੰ ਦੱਸਣਗੇ ਕਿ ਫੀਡਬੈਕ ਦੇਣੀ ਹੈ, ਚੰਗਾ ਲੱਗਿਆ ਜਾਂ ਬੁਰਾ ਲੱਗਿਆ। ਕੋਈ ਵੀ ਲੈਸਨ ਸੁਣਿਆ ਹੈ ਕਿਤੋਂ ਸਮਝ ਨਹੀਂ ਆਈ ਉਹ ਫੀਡਬੈਕ ਦੇਣੀ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਫੀਡਬੈਕ ਕਮਿਊਨੀਕੇਸ਼ਨ ਕੀ ਹੈ ਕਿ ਬੱਚਾ ਬੋਲਦਾ ਹੈ ਕਿ ਮੈਨੂੰ ਆਹ ਸਮਝ ਨਹੀਂ ਆਇਆ ਤਾਂ ਟੀਚਰ ਦੈਨ ਉਹਦੇ ਵਿੱਚ ਹੀ ਰਿਪਲਾਈ ਕਰ ਦਿੰਦਾ ਹੈ। ਫੀਡਬੈਕ ਕਮਿਊਨੀਕੇਸ਼ਨ ਹੁੰਦੀ ਹੈ। ਫਲੋ ਚਾਰਟਸ ਕੀ ਹੁੰਦੇ ਨੇ? ਫਲੋ ਚਾਰਟ ਇਜ਼ ਅ ਵਿਜ਼ੂਅਲ representations of a decision making process. It gives the user a number of options to choose from at each step when he is trying to accomplish a goal, and then moves him along to his ultimate decision. ਕੀ ਕਹਿੰਦੇ ਨੇ ਕਿ ਫਲੋ ਚਾਰਟਸ ਕੀ ਹੁੰਦੇ ਨੇ ਕਿ ਆਪਾਂ ਨੂੰ ਇੱਕ ਪਹਿਲਾਂ ਮੰਨ ਲਓ ਪਾਰਟ ਹੈ, ਫਸਟ ਹੈ ਕਿ ਆਪਾਂ ਕੁਝ ਸਮਝਣਾ ਹੈ, ਪਹਿਲਾਂ ਇੱਕ ਕਰਾਂਗੇ ਫਿਰ ਉਸ ਤੋਂ ਬਾਅਦ ਉਹਦੀਆਂ 2 ਟਾਈਪਸ ਨੀਚੇ ਬਣਿਆ ਹੋਇਆ ਹੈ। ਟਾਈਪਸ ਆਫ ਫਲੋ ਚਾਰਟਸ ਕੀ ਹੁੰਦੇ ਨੇ? ਡਾਕੂਮੈਂਟ ਫਲੋ ਚਾਰਟਸ ਹੁੰਦੇ ਨੇ, ਡਾਟਾ ਫਲੋ ਚਾਰਟਸ ਹੁੰਦੇ ਨੇ, ਸਿਸਟਮ ਫਲੋ ਚਾਰਟ ਹੁੰਦੇ ਨੇ। ਠੀਕ ਹੈ ਜੀ। ਪ੍ਰੋਗਰੈਸ ਫਲੋ ਚਾਰਟ ਹੁੰਦੇ ਨੇ। ਠੀਕ ਹੈ ਜੀ। ਯੂਜ਼ ਕੀ ਹੈ ਫਲੋ ਚਾਰਟ ਦਾ? ਇਟ ਪ੍ਰੋਵਾਈਡਸ ਮੋਰ ਇਫੈਕਟਿਵ ਵਿਜ਼ੂਅਲਾਈਜ਼ ਸਮਥਿੰਗ ਗ੍ਰਾਫਿਕਲੀ that it is to describe it with words. ਠੀਕ ਹੈ ਜੀ। why should children be assessed? children ਕਿਉਂ ਅਸੈਸ ਕੀਤੇ ਜਾਂਦੇ ਨੇ? the main aim of assessment is to evaluate the overall. ਠੀਕ ਹੈ ਜੀ। ਕਿ ਬੱਚੇ ਨੂੰ ਪਰਸਨੈਲਿਟੀ ਉਹਦੀ ਕਰਨੀ, ਉਹਦਾ ਮਾਇੰਡ ਕਿਸ ਤਰ੍ਹਾਂ ਦਾ ਸੈਟਅਪ ਹੈ, ਸਾਰਾ ਕੁਝ ਕਰਨ ਲਈ ਬੱਚੇ ਨੂੰ ਅਸੈਸ ਕੀਤਾ ਜਾਂਦਾ। ਅਸੈਸਿੰਗ ਯੰਗ ਚਿਲਡਰਨ ਕਿ ਵੱਡੇ ਬੱਚਿਆਂ ਨੂੰ ਕਿਵੇਂ ਅਸੈਸ ਕੀਤਾ ਜਾਂਦਾ ਹੈ, ਯੰਗ ਚਿਲਡਰਨਸ ਨੂੰ। ਅਸੈਸਮੈਂਟ ਇਜ਼ ਆਲਸੋ ਚੈਲੰਜਿੰਗ ਡਿਊਰਿੰਗ ਅਰਲੀ ਚਾਈਲਡਹੁੱਡ ਬਿਕੋਜ਼ ਚਾਈਲਡਸ ਡਿਵਲਪਮੈਂਟ ਇਜ਼ ਰੈਪਿਡ, uneven and highly influenced by the environment. A developing child exhibits period of rapid growth. ਕਹਿੰਦੇ ਆ ਕਿ ਉਸ ਟਾਈਮ 'ਚ ਬੱਚੇ ਨੂੰ ਅਸੈਸ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ ਜਦੋਂ ਕਿ ਬੱਚੇ ਗਰੋਥ ਕਰਦੇ ਹੋਣ ਅਤੇ ਡਿਵੈਲਪ ਹੁੰਦੇ ਹੋਣ। Quality early childhood assessment by accountability system. An assessment and accountability system for young children should incorporate the characteristics of quality discussed above. ਠੀਕ ਹੈ ਜੀ। ਜਿੱਦਾਂ ਕਿ ਉੱਪਰ ਕੁਆਲਿਟੀਜ਼ ਡਿਸਕਸਡ ਕੀਤੀਆਂ ਗਈਆਂ ਨੇ। ਆਬਜ਼ਰਵੇਸ਼ਨ ਐਂਡ ਚੈੱਕਲਿਸਟ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਨੀਚੇ ਦਿੱਤੀਆਂ ਹੋਈਆਂ ਨੇ, ਰਿਕਾਰਡ ਰੱਖਣਾ ਹੈ ਬੱਚੇ ਦਾ। ਉਸ ਤੋਂ ਬਾਅਦ ਕਨਕਲੂਜ਼ਨ ਹੈ। ਡੇਲੀ ਡਾਇਰੀ ਕੀ ਹੁੰਦੀ ਹੈ? ਡੇਲੀ ਡਾਇਰੀ ਹੈਲਪਸ ਅਸ ਟੂ ਸਟੱਡੀ ਦਾ ਡੇਲੀ ਐਕਸਪੀਰੀਅੰਸ ਕਿ ਬੱਚੇ ਨੂੰ ਡੇਲੀ ਦਾ ਐਕਸਪੀਰੀਅੰਸ ਕਰਨਾ। ਠੀਕ ਹੈ ਜੀ। ਉਹਦੀ ਨਿੱਤ ਦੀ ਡਾਇਰੀ ਜੋ ਲਿਖਣੀ ਹੈ ਉਹ ਬਹੁਤ ਹੀ ਚੰਗੀ ਰਹਿੰਦੀ ਹੈ ਬੱਚੇ ਦੇ ਲਈ। ਠੀਕ ਹੈ ਜੀ। ਅਸੈਸਮੈਂਟ ਕਿੱਦਾਂ ਕਰਨੀ ਹੈ? ਕ੍ਰਿਟੀਕਲ ਲਿਟਰੇਸੀ ਮੋਸਟ ਇੰਪੋਰਟੈਂਟ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਸਟਰੈਸ ਜੋ ਹੈ ਇੱਕ ਹੋਰ ਹੈ ਅਤੇ ਉਹ ਇੰਪੋਰਟੈਂਟ ਹੈ, ਇੰਟੋਨੇਸ਼ਨ ਐਂਡ ਸਟਰੈਸ। ਤਾਂ ਇਹ ਸੀ ਅੱਜ ਦੀ ਆਪਣੀ ਕਲਾਸ। ਤਾਂ ਕੋਈ ਵੀ ਡਾਊਟ ਹੈ ਉਹ ਤੁਸੀਂ ਗਰੁੱਪ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅੱਗੇ। ਠੀਕ ਹੈ ਜੀ। ਥੈਂਕਸ ਫॉर ਆਲ। ਥੈਂਕਸ ਟੂ ਵਾਚਿੰਗ।